श्री वाहिगुरु साहिब जी। गुरु नानक पद पंकज बंदन, पद पंकज बंदन। सिमरो अंगद दुख निकंदन। अमरदास गुर हृदय नित त्यावो, हृदय नित त्यावो। श्री गुरु रामदास गुण गावो। श्री हर जन बिघनन के नासक, जी बिघनन के नासक। हर गोविंद शुभ मत प्रकाशक। श्री हर राय नमो कर जोरी, नमो कर जोरी। गुरु हर कृष्ण मनाऊं बहोरी। तेग बहादुर परम कृपाला जी, परम कृपाला। श्री गुरु गोविंद सिंह विशाला। तरो तरा पर पुन पुन सीसा जी, पुन पुन सीसा। नंदो बार बार जगदीसा। या मैं अमृत ज्ञान है, मानक भगत विराग। श्री गुरु ग्रंथ साहिब उधद, बंध कर अनुराग। एक ओंकारा सतगुरु, तह प्रसाद सच होय। श्री वाहिगुरु जी की फतेह है, विघ्न विनाशन सोय। श्री वाहिगुरु जी की फतेह है, विघ्न विनाशन सोय। वाहिगुरु जी का खालसा, वाहिगुरु जी की फतेह। चवर छत्र तख्त दे मालक, दीना दे नाथ, निमाणिया दे मान, निताणिया दे ताण, निओटिया दी ओट। दीन दुनिया दे मालक धन धन सतगुरु श्री गुरु ग्रंथ साहिब महाराज, जिन्हां दी निघी गोद दा आनंद ਸਰੋਤਾ ਜਨੋ ਆਪਾਂ मान रहे हाँ। ये गुरु की वडियाई है, गुरु की कृपा है भाई, जो साडे ते मेहर भरी निगाह करके सानू अपने दरबार दे विच इत्थे ले आउंदा है। सतगुरु सच्चे पातशाह महाराज जिस जीव दे उपर अपनी मेहर भरी निगाह कर देण, उसनू भाई इस कलयुग दे भयंकर समय विच भी सत संगत दी प्राप्ति हो जाया करदी है। सो ऐसी संगत दे विच जिथे बैठ के साडे करोड़ां ही पापां दा नाश हो जाता है। जिन्ने भी पाप दुष्ट कर्म हैं वो साडी बुद्धि नूं छड्ड के भज जाते ने, क्योंकि जो इत्थे दा पहरा है
ਗੁਰੂ ਘਰ ਦੀ ਸੰਗਤ ਦੇ ਵਿੱਚ ਖਾਲਸਾ ਜੀ ਨਾ ਤਾਂ ਕਾਮ ਹੀ ਵਿਆਪਦਾ ਹੈ, ਨਾ ਕ੍ਰੋਧ ਆਉਂਦਾ ਹੈ, ਨਾ ਲੋਭ ਉਤਪੰਨ ਹੁੰਦਾ ਹੈ, ਨਾ ਹੀ ਇਸ 'ਤੇ ਹੋਰ ਜਿਹੜੇ ਦੋ ਭਰਾ ਨੇ ਉਹ ਵੀ ਇਸ ਸੰਗਤ ਦੇ ਵਿੱਚ ਆਉਣ ਦੀ ਉਹਨਾਂ ਨੂੰ ਆਗਿਆ ਨਹੀਂ ਹੈ। ਇੱਕ ਤਾਂ ਇਹਨਾਂ ਪੰਜਾਂ ਤੋਂ ਸਾਨੂੰ ਛੁਟਕਾਰਾ ਮਿਲ ਜਾਂਦਾ, ਖਾਲਸਾ ਜੀ ਗੁਰੂ ਕੀ ਸੰਗਤ ਕਰਦੇ ਆ। ਇਸ ਕਰਕੇ ਇਹਦੇ ਜਿਨ ਕੇ ਭਾਗ ਵੱਡੇ ਹੈ ਭਾਈ, ਤਿਨ ਸਾਧੂ ਸੰਗ ਮੁਖ ਜੁੜੇ। ਇਹ ਵੱਡੇ ਭਾਗਾਂ ਦੀ ਨਿਸ਼ਾਨੀ ਹੋਇਆ ਕਰਦੀ ਹੈ ਕਿ ਸਾਧੂਆਂ ਦੀ ਸੰਗਤ ਪ੍ਰਾਪਤ ਹੋ ਜਾਵੇ, ਕਿਉਂਕਿ ਸਾਧੂ ਕੀ ਕਰਦੇ ਨੇ, ਜੋ ਆਪ ਜਪੈ ਅਵਰੈ ਨਾਮ ਜਪਾਵੈ। ਆਪ ਵੀ ਗੁਰੂ ਕਾ ਨਾਮ ਜਪਦੇ ਨੇ, ਵਾਹਿਗੁਰੂ 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 ਕਰਦੇ ਨੇ, ਅਤੇ ਜਿਹੜਾ ਸੰਗਤ ਦੇ ਵਿੱਚ ਆ ਜਾਵੇ ਉਹਨੂੰ ਵੀ ਗੁਰੂ ਦਾ ਨਾਮ ਜਪਣ 'ਤੇ ਲਾ ਦਿੰਦੇ ਆ, ਕਿਉਂਕਿ ਜੈਸੀ ਸੰਗਤ ਵੈਸੀ ਰੰਗਤ। ਇਹ ਮਨ, ਜੇ ਇਸ ਮਨ ਨੂੰ ਕੋਈ ਸੰਗਤ ਦੇ ਵਿੱਚ ਲੈ ਜਾਈਏ, ਇਹ ਉੱਥੇ ਦੇ ਗੁਣ ਧਾਰਨ ਕਰ ਲੈਂਦਾ। ਜੇ ਗੁਰੂ ਕੀ ਸੰਗਤ 'ਚ ਆ ਜਾਵੇ ਫਿਰ ਇਹ ਗੁਰੂ ਕੀ ਮੱਤ ਲੈਂਦਾ ਖਾਲਸਾ ਜੀ। ਸੋ ਇਹ ਵੱਡੇ ਭਾਗਾਂ ਦੀ ਹੀ ਨਿਸ਼ਾਨੀ ਹੈ ਜੋ ਸਤਿਗੁਰੂ ਸੱਚੇ ਪਾਤਸ਼ਾਹ ਸਾਡੇ 'ਤੇ ਕਿਰਪਾ ਕਰ ਰਹੇ ਨੇ। ਹੇ ਮਹਾਰਾਜ ਚੋਜੀ ਪ੍ਰੀਤਮ, 14 ਜੰਗਾਂ ਪਾਤਸ਼ਾਹ ਮਹਾਰਾਜ ਜੀ ਨੇ ਲੜੀਆਂ ਤੇ ਹਰ ਇੱਕ ਫਤਿਹ ਕੀਤੀ, ਤੇ ਕੋਈ ਵੀ ਜੰਗ ਜਰ ਜੋਰੂ ਜ਼ਮੀਨ ਵਾਸਤੇ ਨਹੀਂ ਲੜੀ। ਖਾਲਸਾ ਜੀ ਧਰਮ ਦਾ ਜੰਗ ਕੀਤਾ। ਐਸੇ ਚੋਜੀ ਪ੍ਰੀਤਮ ਮਹਾਰਾਜ ਸੱਚੇ ਪਾਤਸ਼ਾਹ ਕਲਗੀਧਰ ਪਿਤਾ ਜੀ ਆਪਣੀ ਜਾਪ ਸਾਹਿਬ ਜੀ ਦੀ ਬਾਣੀ ਦੁਆਰਾ ਸਾਨੂੰ ਜੋ ਮਹਾਨ ਗਿਆਨ ਬਖਸ਼ ਰਹੇ ਹਨ। ਖਾਲਸਾ ਜੀ ਇਹ ਸਿਰਫ ਤੇ ਸਿਰਫ ਗੁਰੂ ਦੀ ਨਜ਼ਰ ਹੈ, ਗੁਰੂ ਦੀ ਕਿਰਪਾ ਹੈ। ਇਹ ਸੰਸਾਰ ਦੇ ਵਿੱਚ ਆਪ ਜੀ ਨਿਗਾਹ ਮਾਰ ਕੇ ਵੇਖੋ, ਦੂਰ ਦੂਰ ਤੱਕ ਭਰਮਣ ਕਰਕੇ ਵੇਖੋ, ਆਪ ਜੀ ਨੂੰ ਪਤਾ ਲੱਗ ਜਾਵੇਗਾ ਵੀ ਹੋਰ ਧੰਦਿਆਂ ਵਿੱਚ ਹੀ ਸਾਰੀ ਜਿੰਨੀ ਵੀ ਲੁਕਾਈ ਹੈ ਉਹ ਖਚਤ ਹੋ ਕੇ ਆਪਣੇ ਜੀਵਨ ਨੂੰ ਵਿਅਰਥ ਹੀ ਗਵਾ ਰਹੀ ਹੈ। ਤੇ ਵੱਡੇ ਭਾਗ ਜਿਨ੍ਹਾਂ ਦੇ ਹੁੰਦੇ ਨੇ ਉਹਨਾਂ ਨੂੰ ਗੁਰੂ ਸਾਹਿਬ ਆਪਣੀ ਸੰਗਤ ਦੇ ਵਿੱਚ ਲੈ ਆਉਂਦੇ ਨੇ, ਉਹਨਾਂ ਨੂੰ ਕਥਾ ਕੀਰਤਨ ਨਾਮ ਦੀ ਦਾਤ ਬਖਸ਼ ਦਿੰਦੇ ਆ। ਸੋ ਭਾਈ ਐਸੇ ਗੁਰੂ ਮਹਾਰਾਜ ਜਿਹੜੇ ਨਿਤਾ ਪ੍ਰਤੀ ਸਾਡੇ 'ਤੇ ਦਿਆਲ ਹੁੰਦੇ ਆ, ਕਿਰਪਾ ਨਿਧਾਨ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਵਿੱਚ ਜੁੜਨ ਵਾਸਤੇ, ਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਵਿੱਚ ਆਪਣੀ ਬਿਰਤੀ ਨੂੰ, ਆਪਣੇ ਮਨ ਨੂੰ ਜੋੜਨ ਵਾਸਤੇ ਇਹ ਸੰਸਾਰ ਦੇ ਵਿੱਚੋਂ ਆਪਣੀ ਬਿਰਤੀ ਨੂੰ ਸੰਕੋਚ ਕੇ ਇੱਕ ਵਾਰੀ ਗੁਰੂ ਕੇ ਪਿਆਰ ਵਿੱਚ ਆ ਕੇ ਪ੍ਰੇਮ ਦੇ ਨਾਲ ਗੱਜ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਭਾਈ ਕੱਲ੍ਹ ਦੇ ਆ ਪ੍ਰਸੰਗਾਂ ਦੇ ਵਿੱਚ ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਚੋਜੀ ਪ੍ਰੀਤਮ ਜੀ ਮਹਾਰਾਜ ਜੀ ਨੇ ਸਾਡੇ 'ਤੇ ਕਿਰਪਾ ਕੀਤੀ ਸੀ। ਸਤਿਗੁਰੂ ਜੀ ਸਾਨੂੰ ਸਮਝਾ ਰਹੇ ਸਨ, ਗਿਆਨ ਬਖਸ਼ ਰਹੇ ਨੇ। ਕਹਿੰਦੇ ਦੇਵਾਨ ਦੇਵ ਉਪਮਾ ਮਹਾਨ। ਐਸਾ ਸਤਿਗੁਰੂ ਗਰੀਬ ਨਿਵਾਸ ਚੋਜੀ ਪ੍ਰੀਤਮ ਕਲਗੀਧਰ ਪਾਤਸ਼ਾਹ ਮਹਾਰਾਜ ਕਹਿੰਦੇ ਉਹ ਦੇਵਤਿਆਂ ਦਾ ਮਹਾਦੇਵ ਹੈ, ਦੇਵਾਨ ਦੇਵ, ਜਿਸ ਨੂੰ ਸਾਰੇ ਦੇਵਤੇ ਪੂਜਾ ਕਰਦੇ ਹਨ, ਅਰਚਨਾ ਕਰਦੇ ਹਨ। ਉਸ 'ਤੇ ਜਿੰਨੇ ਵੀ ਦੇਵਤੇ ਨੇ 9 ਕਰੋੜ ਦੁਰਗਾ ਦੇ ਸਰੂਪ ਮੰਨੇ ਹੈ। ਦੈਂਤ ਵੀ ਹਨ, 3
ਦੇਵਤਿਆਂ ਨੂੰ ਮੁਖੀ ਮੰਨਿਆ ਗਿਆ। ਕੁੱਲ ਟੋਟਲ 33 ਕਰੋੜ ਦੇਵੀ ਦੇਵਤਾ ਮੰਨਿਆ ਗਿਆ ਖਾਲਸਾ ਜੀ। ਕਹਿੰਦੇ ਜਿੰਨੇ ਵੀ ਇਹ ਦੇਵੀ ਦੇਵਤੇ ਹਨ ਉਹਨਾਂ ਦਾ ਪੂਜਣਯੋਗ ਜੋ ਪਰਮੇਸ਼ਰ ਹੈ ਦੇਵਾਨ ਦੇਵ, ਉਹ ਦੇਵਤਿਆਂ ਦਾ ਮਹਾਦੇਵਤਾ ਹੈ। ਉਪਮਾ ਮਹਾਨ, ਉਸ ਦੀ ਉਪਮਾ, ਉਹਦੀ ਸਿਫਤ ਸਲਾਹ ਬੇਅੰਤ ਹੈ। ਕੋਈ ਕੱਥ ਨਹੀਂ ਸਕਦਾ, ਕੋਈ ਉਸ ਦਾ ਪਾਰਾਵਾਰ ਨਹੀਂ ਪਾ ਸਕਦਾ। ਪਰਮੇਸ਼ਰ ਗਿਣਤੀਆਂ ਮਿਣਤੀਆਂ ਤੋਂ ਰਹਿਤ ਹੈ। ਪਰਮੇਸ਼ਰ ਦੀ ਉਪਮਾ ਜੋ ਹੈ ਉਹ ਮਹਾਨ ਹੈ, ਬੜੀ ਬੇਅੰਤ ਹੈ। ਇਹ ਕੱਲ੍ਹ ਆਪਣੇ ਕੱਲ੍ਹ ਦੇ ਪ੍ਰਸੰਗਾਂ ਦੇ ਵਿੱਚ ਇਹ ਜੋ ਜਾਪ ਸਾਹਿਬ ਜੀ ਦੀ ਬਾਣੀ, ਇਹ ਮਹਾਰਾਜ ਜੀ ਦਾ ਮਹਾਨ ਪਵਿੱਤਰ ਗਿਆਨ, ਇਹ ਸਤਿਗੁਰੂ ਮਹਾਰਾਜ ਜੀ ਨੇ ਸਾਡੇ 'ਤੇ ਇੱਥੇ ਤੱਕ ਕਿਰਪਾ ਕੀਤੀ ਸੀ ਖਾਲਸਾ ਜੀ। ਅੱਜ ਆਪਾਂ ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਦੀ ਰਹਿਮਤ ਦੇ ਨਾਲ ਅਗਲੀਆਂ ਪੰਕਤੀਆਂ ਦੀ ਵਿਚਾਰ ਕਰਾਂਗੇ। ਇੰਦਰਾਨ ਇੰਦਰ ਬਾਲਾਨ ਬਾਲ, ਜੋ ਇੰਦਰਾਂ ਦੇ ਵਿੱਚ ਮਹਾਨ ਇੰਦਰ ਹੈ, ਭਾਵ ਰਾਜਿਆਂ ਵਿੱਚ ਮਹਾਨ ਰਾਜਾ ਹੈ। ਐਸੀ ਲੀਲਾ ਅਚਰਜ ਹੈ, ਬਿਸਮਾਦ ਨਾਦ ਬਿਸਮਾਦ ਭੇਦ। ਬਿਸਮਾਦ ਨਵ ਸ਼ਬਦ ਦਾ ਅਰਥ ਹੈ ਖਾਲਸਾ ਜੀ, ਜਿਹਦੀ ਕੋਈ ਸਮਝ ਹੀ ਨਾ ਲੱਗੇ। ਕਹਿੰਦੇ ਇੱਕ ਪਾਸੇ ਤਾਂ ਰਾਜਿਆਂ ਦੇ ਵਿੱਚ ਮਹਾਨ ਰਾਜਾ ਹੈ ਇੰਦਰਾਰ ਇੰਦਰ, ਬਾਲਾਨ ਬਾਲ, ਬੱਚਿਆਂ ਦੇ ਵਿੱਚ ਉਹ ਬੱਚਾ ਬਣ ਕੇ ਵਿਚਰ ਜਾਂਦਾ ਹੈ। ਸਤਿਗੁਰੂ ਜੀ ਅੱਗੇ ਕਿਰਪਾ ਕਰਦੇ, ਕਹਿੰਦੇ ਰੰਕਾਨ ਰੰਕ, ਕਾਲਾਨ ਕਾਲ। ਗਰੀਬਾਂ ਵਿੱਚ ਬਹੁਤ ਵੱਡਾ ਗਰੀਬ ਹੈ ਤੇ ਕਾਲ ਦਾ ਵੀ ਕਾਲ ਕਰਨ ਵਾਲਾ ਹੈ। ਐਸਾ ਜੋ ਮਹਾਨ ਸਰੂਪ ਹਸਤੀ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਜੀ ਹਨ। ਅਨਭੂਤ ਅੰਗ ਆਬਾ ਅਭੰਗ, ਅਨਭੂਤ ਅੰਗ। ਪਰ ਜਦੋਂ ਵੇਖੋ ਉਸ ਦਾ ਕੋਈ ਅੰਗ ਵੀ ਨਹੀਂ ਤੇ ਵੱਡਿਆਂ ਵਿੱਚ ਵੱਡਾ ਹੋ ਕੇ ਦਿਸ ਰਿਹਾ ਹੈ। ਸੂਛਮ ਤੇ ਸੂਛਮ ਕਰ ਚੀਨੇ, ਬਿਰਦਨ ਬਿਰਦ ਬਤਾਏ। ਛੋਟਿਆਂ ਦੇ ਵਿੱਚ ਛੋਟਾ ਹੈ ਤੇ ਵੱਡਿਆਂ ਦੇ ਵਿੱਚ ਸਭ ਤੋਂ ਵੱਡਾ ਹੈ। ਐਸਾ ਕੌਣ ਹੈ? ਸਿਰਫ ਤੇ ਸਿਰਫ ਇੱਕ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਜੀ। ਉਹਦੀ ਹਸਤੀ ਹੈ ਜੋ ਬਾਲਾਂ ਦੇ ਵਿੱਚ ਬਾਲ ਹੈ, ਗਰੀਬਾਂ ਵਿੱਚ ਮਹਾਨ ਗਰੀਬ ਹੈ। ਖਾਲਸਾ ਜੀ, ਗਰੀਬੀ ਤਨ ਦੀ ਵੀ ਹੋਇਆ ਕਰਦੀ ਹੈ ਤੇ ਮਨ ਦੀ ਵੀ ਹੋਇਆ ਕਰਦੀ ਹੈ। ਜਿਹੜੀ ਤਨ ਦੀ ਗਰੀਬੀ ਹੈ ਇਸ ਨੂੰ ਸ਼ਰਾਪ ਲਿਖਿਆ ਗਿਆ ਖਾਲਸਾ ਜੀ। ਵੇਦਾਂ ਸ਼ਾਸਤਰਾਂ ਨੂੰ ਪੜ੍ਹ ਕੇ ਇੱਥੇ ਤੱਕ ਲਿਖਿਆ, ਪੰਡਤ ਹਰਦਿਆਲ ਜੀ ਨੇ ਸਰਕਤਾਵਲੀ ਗ੍ਰੰਥ ਦੇ ਵਿੱਚ ਇੱਥੇ ਤੱਕ ਲਿਖਿਆ, ਕਹਿੰਦੇ ਵੀ ਜਿਹੜਾ ਗਰੀਬ ਹੈ ਨਾ, ਜਿਹਦੇ ਘਰੇ ਕਹਿੰਦੇ ਛਾਂਸ ਵੀ ਨਹੀਂ ਹੈਗੀ, ਭਾਵ ਲੱਸੀ ਵੀ ਨਹੀਂ ਹੈਗੀ, ਉਹਨੂੰ ਵਿੱਦਿਆ ਪੜ੍ਹਾਉਣ ਦਾ ਕੋਈ ਅਧਿਕਾਰ ਹੀ ਨਹੀਂ। ਇਹ ਉਹਨਾਂ ਦੀ ਵਿਚਾਰ ਹੈ। ਪਰ ਵਾਹਿਗੁਰੂ ਚੋਜੀ ਪ੍ਰੀਤਮ ਜੀ ਕੀ ਕਹਿੰਦੇ ਹਨ? ਕਹਿੰਦੇ ਰੰਕਾਨ ਰੰਕ, ਬਾਲਾਨ ਬਾਲ, ਅਨਭੂਤ ਅੰਗ ਆਭਾ ਅਭੰਗ। ਉਹ ਗਰੀਬਾਂ ਦੇ ਵਿੱਚ ਮਨ ਕਰਕੇ ਖਾਲਸਾ ਜੀ ਐਸਾ ਵਿਰਾਗ, ਐਸਾ ਤਿਆਗ ਕੋਈ ਹੈ? ਨਿਗਾਹ ਮਾਰ ਕੇ ਵੇਖ ਲਵੋ ਇਸ ਜਗਤ ਦੇ ਉੱਪਰ, ਸੰਸਾਰ ਦੇ ਵਿੱਚ ਜਦੋਂ ਦਾ ਇਹ ਰਚਿਆ ਗਿਆ ਹੈ, ਕੋਈ ਹੈ ਐਸਾ ਜਿਹਨੇ ਆਪਣੇ ਪੁੱਤਰਾਂ ਨੂੰ ਆਪ ਜੰਗ ਦੇ ਵਿੱਚ ਤੋਰਿਆ ਹੋਵੇ? ਕੋਈ ਹੈ ਐਸਾ? ਜੇ ਕੋਈ ਆਏ ਕਹੇ ਮਹਾਰਾਜ ਸਾਡੇ ਜੰਝੂ ਨੂੰ, ਸਾਡੇ ਤਿਲਕ ਨੂੰ ਅੱਜ ਔਰੰਗਜ਼ੇਬ ਤੋਂ ਖਤਰਾ ਹੈ
ਤੇ ਆਪਣੇ ਪਿਤਾ ਨੂੰ ਕਹਿ ਦੇਵੇ ਵੀ ਇਹ ਪਿਤਾ ਜੀ, ਆਪ ਜੀ ਤੋਂ ਪੂਜਨੀਕ ਤੇ ਮਹਾਨ ਕੌਣ ਹੈ ਇਸ ਸੰਸਾਰ ਦੇ ਵਿੱਚ, ਤੇ ਆਪ ਸ਼ਹੀਦੀ ਵਾਸਤੇ ਤੋਰ ਦੇਵੇ। ਕੋਈ ਹੈ ਇਹ ਜਿਹਾ? ਨਹੀਂ ਖਾਲਸਾ ਜੀ। ਇਸ ਕਰਕੇ ਕਹਿੰਦੇ ਆਭਾ ਅਪੰਗ, ਉਹ ਜੋ ਮਹਾਰਾਜ ਹਨ ਜਿਹਦਾ ਸਰੂਪ ਹੈ ਉਹ ਪਰਮੇਸ਼ਰ ਜੋ ਪਰਮ ਸ਼ਕਤੀ ਹੈ, ਕਹਿੰਦੇ ਉਹਦੀ ਆਭਾ ਕੋਈ ਭੰਗ ਨਹੀਂ ਕਰ ਸਕਦਾ, ਉਸ ਦੀ ਗਤੀ ਨੂੰ ਕੋਈ ਜਾਣ ਨਹੀਂ ਸਕਦਾ। ਗਤ ਮਤ ਅਪਾਰ ਗੁਣ ਗਨ ਉਦਾਰ, ਉਸ ਦੀ ਗਤ ਭਾਵ ਉਸ ਦਾ ਗਿਆਨ, ਉਸ ਦੀ ਤਾਕਤ ਨੂੰ ਕੋਈ ਮਿਣ ਨਹੀਂ ਸਕਦਾ। ਗਤ ਦੀ ਮਿਤੀ ਬੇਅੰਤ ਅਪਾਰ ਹੀ ਹੈ, ਗੁਣਾਂ ਦੀ ਗਿਣਤੀ ਬੇਅੰਤ ਅਪਾਰ ਹੀ ਹੈ। ਗਤ ਮਿਤ ਅਪਾਰ ਗੁਣ ਗਨ ਉਧਾਰ, ਕੋਈ ਗਿਣ ਨਹੀਂ ਸਕੇਗਾ, ਕੋਈ ਮਿਣ ਨਹੀਂ ਸਕੇਗਾ ਗੁਰੂ ਕੇ ਬਲ ਨੂੰ। ਮੁਨ ਗਨ ਪ੍ਰਣਾਮ ਨਿਰਭੈ ਨਿਕਾਮ, ਮੁਨੀਆਂ ਦੇ ਝੁੰਡ ਉਸ ਨੂੰ ਸਾਰੇ ਦੇ ਸਾਰੇ ਉਸ ਨੂੰ ਨਮਸਕਾਰਾ ਕਰਦੇ ਆ, ਪ੍ਰਣਾਮ ਕਰਦੇ ਆ, ਜੋ ਆਪੇ ਨਿਰਭੈ ਅਤੇ ਨਿਸ਼ਕਾਮ ਹੈ। ਖਾਲਸਾ ਜੀ, ਅਸੀਂ ਕੋਈ ਵੀ ਪੂਜਾ ਪਾਠ ਜਪ ਤਪ ਕਰਦੇ ਹਾਂ ਪਹਿਲਾਂ ਕਾਮਨਾ ਧਾਰਦੇ ਹਾਂ, ਹੇ ਮਹਾਰਾਜ ਜੀ ਅਸੀਂ ਇੰਨਾ ਦਾਨ ਕਰਾਂਗੇ ਸਾਡਾ ਆਹ ਕੰਮ ਬਣ ਜਾਵੇ। ਮਹਾਰਾਜ ਜੀ ਅਸੀਂ ਅਖੰਡ ਪਾਠ ਸਾਹਿਬ ਕਰਾਵਾਂਗੇ ਸਾਡੀ ਆਹ ਕਾਮਨਾ ਪੂਰੀ ਹੋ ਜਾਵੇ। ਪਰ ਜੋ ਪਰਮੇਸ਼ਰ ਹੈ ਕਹਿੰਦੇ ਮੁਨ ਗਨ ਪ੍ਰਣਾਮ ਨਿਰਭੈ ਨੇਕਾਮ, ਮੁਨਾਂ ਦੇ ਗਣ ਜਿੰਨੇ ਵੀ ਰਿਸ਼ੀਵਰ ਹਨ ਉਹਨਾਂ ਦੇ ਝੁੰਡਾਂ ਦੇ ਝੁੰਡ ਉਸ ਨੂੰ ਹੀ ਧਿਆ ਕੇ ਨਮਸਕਾਰਾ ਕਰ ਰਹੇ ਨੇ। ਮੁਨ ਗਨ ਪ੍ਰਣਾਮ, ਨਮਸਕਾਰ ਕਰਨ ਦਾ ਨਾਮ ਪ੍ਰਣਾਮ ਹੈ। ਨਿਰਭੈ, ਜਿਸ ਨੂੰ ਕਿਸੇ ਦਾ ਭੈ ਨਹੀਂ ਹੈ, ਜਿਤਨਾ ਮਰਜ਼ੀ ਜੰਗ ਲੱਗ ਜਾਵੇ ਅਕਾਲ ਪੁਰਖ ਪਰਮੇਸ਼ਰ ਨੂੰ ਕਿਸੇ ਦਾ ਭੈ ਨਹੀਂ ਹੈ ਤੇ ਸਾਰੇ ਮੋਰਚੇ ਫਤਿਹ ਕਰ ਦਿੰਦੇ ਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਬੜੇ ਬੜੇ ਦੈਂਤਾਂ ਨੂੰ ਮਾਰਿਆ, ਬੜੇ ਬੜੇ ਜੰਗ, ਜਦੋਂ ਭੰਗਾਣੀ ਦਾ ਜੰਗ ਸਤਿਗੁਰੂ ਕਲਗੀਧਰ ਪਾਤਸ਼ਾਹ ਚੋਜੀ ਪ੍ਰੀਤਮ ਜੀ ਜਿੱਤ ਕੇ ਆਏ, ਖਾਲਸਾ ਕਹਿੰਦਾ ਮਹਾਰਾਜ ਵਧਾਈਆਂ ਹੋਣ, ਆਪ ਜੀ ਦੀ ਜਿੱਤ ਹੋਈ। ਕਹਿੰਦੇ ਨਹੀਂ ਗੁਰੂ ਕੇ ਪਿਆਰਿਓ ਖਾਲਸਾ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੀ ਫਤਿਹ ਨਹੀਂ ਹੈ, ਇਹ ਜੋ ਖਾਲਸਾ ਪੰਥ ਹੈ, ਇਹ ਜੋ ਅਕਾਲੀ ਫੌਜ ਹੈ, ਜੋ ਖਾਲਸੇ ਦਾ ਬੀਜ ਸੱਚਖੰਡ ਦੇ ਵਿੱਚ ਰੱਖਿਆ ਸੱਚੇ ਪਾਤਸ਼ਾਹ ਨੇ, ਨਿਹੰਗ ਸਿੰਘ ਫੌਜਾਂ, ਸ਼ਹੀਦ ਸਿੰਘ, ਕਹਿੰਦੇ ਇਹ ਵਾਹਿਗੁਰੂ ਜੀ ਦੀ ਜਿੱਤ ਹੈ। ਖਾਲਸਾ ਜੀ ਚੌਕੁੰਟਾਂ ਦੇ ਵਿੱਚ ਰਾਜ ਹੈ ਖਾਲਸੇ ਦਾ। ਸੋ ਐਸੇ ਸਤਿਗੁਰੂ ਗਰੀਬ ਨਵਾਜ ਨਿਰਭੈ, ਕਿਸੇ ਦਾ ਭੈ ਨਹੀਂ ਮੰਨਦੇ, ਤੇ ਵਾਹਿਗੁਰੂ ਜੀ ਕਾ ਖਾਲਸਾ ਤੇ ਫਤਿਹ ਵੀ ਵਾਹਿਗੁਰੂ ਜੀ ਕੀ ਹੈ। ਉਹ ਕਾਮਨਾ ਤੋਂ ਰਹਿਤ ਹੈ ਖਾਲਸਾ ਜੀ, ਨਿਕਾਮ, ਉਹਨੂੰ ਕਿਸੇ ਤਰ੍ਹਾਂ ਦੀ ਤ੍ਰਿਸ਼ਨਾ, ਕਿਸੇ ਤਰ੍ਹਾਂ ਦੀ ਕਾਮਨਾ ਨਹੀਂ ਹੈ। ਸਾਨੂੰ ਪਲ ਪਲ ਤ੍ਰਿਸ਼ਨਾ ਵਿਆਪਦੀ ਹੈ, ਕਦੇ ਖਾਣ ਦੀ ਤ੍ਰਿਸ਼ਨਾ ਵਿਆਪਦੀ ਹੈ, ਕਦੇ ਪਹਿਨਣ ਦੀ ਤ੍ਰਿਸ਼ਨਾ ਵਿਆਪਦੀ ਹੈ, ਕਦੇ ਭੋਗ ਵਿਲਾਸ ਦੀ ਤ੍ਰਿਸ਼ਨਾ ਵਿਆਪਦੀ ਹੈ, ਪਰ ਉਹ ਨਿਰਕਾਮ ਹੈ ਤੇ ਨਿਰਭੈ ਹੈ। ਬੜੇ ਬੜੇ ਮੁਨੀ, ਬੜੇ ਬੜੇ ਤਪਸਵੀ ਜਿਨ੍ਹਾਂ ਨੇ ਕਰੋੜਾਂ ਵਰੇ ਜਪ ਕੀਤਾ, ਸੰਤੋਖ ਸਰ ਜੋ ਆਪਣਾ ਸਰੋਵਰ ਹੈ,
ਜਦੋਂ ਮਹਾਰਾਜ ਗੁਰੂ ਸਾਹਿਬ ਉਹਦੀ ਸੇਵਾ ਕਰਾਉਣ ਲੱਗੇ, ਮਹਾਰਾਜ ਨੇ ਉਹ ਮੱਟ ਦੇ ਵਿੱਚੋਂ ਉਸ ਜੋਗੀ ਨੂੰ ਕੱਢਿਆ ਜੋ ਸਤਿਯੁਗ ਦਾ ਬੈਠਿਆ ਸੀ। ਪ੍ਰਾਣਾਯਾਮ ਦੀ ਸ਼ਕਤੀ ਦੇ ਨਾਲ ਆਪਣੇ ਸਵਾਦ ਦਸਮ ਗ੍ਰੰਥ ਆਪਣੇ ਸਵਾਦ ਦਸਮ ਦਵਾਰ ਦੇ ਵਿੱਚ ਚੜ੍ਹਾ ਕੇ ਬੈਠਾ ਸੀ ਤੇ ਪਰਮੇਸ਼ਰ ਨੂੰ ਜਪ ਰਿਹਾ ਸੀ, ਇਹ ਮਹਾਰਾਜ ਜੀਓ ਮੇਰੀ ਕਲਿਆਣ ਕਰੋ। ਮਹਾਰਾਜ ਨੇ ਉਹਦੀ ਵੀ ਕਲਿਆਣ ਕੀਤੀ, ਜੋਗੀ ਦੀ। ਐਸੇ ਜਿਹੜੇ ਮੁਨੀਵਰ ਹਨ ਉਹ ਵੀ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਨੂੰ ਨਮਸਕਾਰਾ ਕਰਦੇ ਹਨ। ਅਤ ਦੁੱਤ ਪ੍ਰਚੰਡ ਮਿਤ ਗਤ ਅਖੰਡ। ਪ੍ਰਚੰਡ, ਪ੍ਰਚੰਡ ਨਾਮ ਪ੍ਰਕਾਸ਼ ਦਾ ਹੋਇਆ ਕਰਦਾ ਖਾਲਸਾ ਜੀ। ਕਹਿੰਦੇ ਜਿਸ ਦਾ ਪ੍ਰਕਾਸ਼ ਬਹੁਤ ਹੀ ਵਿਸ਼ਾਲ ਹੈ, ਪ੍ਰਚੰਡ ਹੈ। ਤੇ ਨਿਹੰਗ ਸਿੰਘਾਂ ਦਾ ਆਮ ਬੋਲਾ ਖਾਲਸਾ ਜੀ, ਕਹਿੰਦੇ ਚੰਡਾ ਪ੍ਰਚੰਡ ਕਰ ਦਿਓ, ਭਾਵ ਕਿ ਲਟਾ ਲਾਟ ਬਾਲ ਦਿਓ। ਤੇ ਜਿਸ ਦਾ ਪ੍ਰਕਾਸ਼, ਜਿਸ ਦਾ ਗਿਆਨ ਅਤ ਦੁੱਤ ਪ੍ਰਚੰਡ ਬਹੁਤ ਵਿਸ਼ਾਲ ਹੈ, ਵਿਸ਼ਾਲ ਨਾਮ ਵੱਡੇ ਦਾ ਹੈ। ਕਹਿੰਦੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ ਵੀ ਇਸ ਵਿਸ਼ਾਲ ਗਿਆਨ ਬਾਰੇ, ਇਸ ਪ੍ਰਚੰਡਤਾ ਬਾਰੇ ਮੋਹਰ ਲਾਉਂਦੀ ਹੈ। ਜੇ ਸੋ ਚੰਦਾ ਉਗਵੈ ਸੂਰਜ ਚੜੇ ਹਜ਼ਾਰ, ਏਤੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ। ਕਹਿੰਦੇ ਗੁਰੂ ਦੇ ਗਿਆਨ ਦੇ ਬਿਨਾ ਜਿਹੜਾ ਅਗਿਆਨਤਾ ਦਾ ਹਨੇਰਾ ਜੀਵ ਦੀ ਬੁੱਧੀ ਦੇ ਵਿੱਚ ਅੰਤਰਿਸ਼ਕਰਨ ਦੇ ਵਿੱਚ ਫੈਲਿਆ ਹੋਇਆ, ਉਹ ਮਿਟ ਨਹੀਂ ਸਕੇਗਾ, ਭਾਵੇਂ ਹਜ਼ਾਰਾਂ ਹੀ ਸੂਰਜ ਚੜ੍ਹ ਜਾਣੇ ਇਸ ਧਰਤੀ ਦੇ ਉੱਪਰ। ਖਾਲਸਾ ਜੀ ਇੱਕ ਸੂਰਜ ਹੈ ਜਿਸ ਦੇ ਅਸੀਂ ਦਰਸ਼ਨ ਕਰ ਰਹੇ ਹਾਂ ਤੇ ਉਹਦਾ ਪ੍ਰਕਾਸ਼ ਝੱਲਿਆ ਨਹੀਂ ਜਾਂਦਾ। ਮਹਾਰਾਜ ਕਹਿੰਦੇ ਜੇ ਹਜ਼ਾਰਾਂ ਸੂਰਜ ਚੜ੍ਹ ਜਾਣ ਤੇ 100 ਚੰਦਰਮਾ ਚੜ੍ਹ ਜਾਵੇ ਤੇ ਜਿੰਨਾ ਪ੍ਰਕਾਸ਼ ਹੋ ਜਾਵੇ, ਉਸ ਤੋਂ ਵੀ ਜ਼ਿਆਦਾ ਪਰਮੇਸ਼ਰ ਦੇ ਗਿਆਨ ਦਾ ਪ੍ਰਕਾਸ਼ ਹੈ। ਅਤ ਦੁੱਤ ਪ੍ਰਚੰਡ। ਖਾਲਸਾ ਜੀ ਜਦੋਂ ਆਪਾਂ ਇਸ ਪ੍ਰਕਾਸ਼ ਦੇ ਨੇੜੇ ਜਾਵਾਂਗੇ ਫਿਰ ਇਹਦਾ ਹੀ ਸਰੂਪ ਹੋ ਜਾਵਾਂਗੇ। ਇਹ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਸਾਡੇ ਅੰਦਰੋਂ ਅਗਿਆਨਤਾ ਦਾ, ਅਵਿਦਿਆ ਦਾ, ਅਦਵੈਖ ਦਾ ਜੋ ਹਨੇਰਾ ਹੈ, ਉਸ ਦਾ ਨਾਸ ਕੇਵਲ ਤੇ ਕੇਵਲ ਇਹ ਪ੍ਰਚੰਡ ਪ੍ਰਕਾਸ਼, ਗਿਆਨ ਰੂਪੀ ਪ੍ਰਚੰਡ ਪ੍ਰਕਾਸ਼ ਹੀ ਕਰ ਸਕਦਾ ਹੈ। ਮਿਤ ਗਤ ਅਖੰਡ। ਜਿਸ ਦੀ ਗਤ, ਗਤ ਭਾਵ ਵਿਧੀ ਦਾ ਹੁੰਦਾ ਖਾਲਸਾ ਦੀ, ਅਤੇ ਮਰਿਆਦਾ ਟੋਕੀ ਨਹੀਂ ਜਾਂਦੀ, ਭਾਵ ਕੱਟੀ ਨਹੀਂ ਜਾਂਦੀ। ਜੋ ਪਰਮੇਸ਼ਰ ਦੀ ਮਰਿਆਦਾ ਹੈ, ਉਹ ਪਰਮੇਸ਼ਰ ਦੀ ਮਰਿਆਦਾ ਨੂੰ ਕੋਈ ਕੱਟ ਨਹੀਂ ਸਕਦਾ। ਜੋ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ 96 ਕਰੋੜੀ ਦੀ ਮਰਿਆਦਾ ਹੈ, ਜੋ ਚੋਜੀ ਪ੍ਰੀਤਮ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਆਪ ਘੋੜੇ ਦੀ ਕਾਠੀ 'ਤੇ ਬੈਠ ਕੇ ਆਪਣੇ ਖਾਲਸੇ ਨੂੰ, ਆਪਣੇ ਪੁੱਤਰ ਨੂੰ ਸਿਖਾਈ ਹੈ, ਅੱਜ ਦੀ ਲੰਡੀ ਪੁੱਚੀ ਖਾਲਸਾ ਜੀ ਉਹਨੂੰ ਟੋਕ ਤੇ ਕੱਟ ਨਹੀਂ ਸਕੇਗੀ। ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਜਿਉਂ ਦੇ ਤਿਉਂ ਉਸ ਮਰਿਆਦਾ ਨੂੰ ਨਿਭਾ ਰਿਹਾ ਹੈ। ਜਿਹੜੇ ਮਰਿਆਦਾ ਦੇ ਨਾਮ 'ਤੇ ਵੱਡੀਆਂ ਵੱਡੀਆਂ ਚੀਕਾਂ ਮਾਰਦੇ ਆ ਨਾ ਖਾਲਸਾ ਜੀ, ਉਹਨਾਂ ਨੂੰ ਪੁੱਛ ਕੇ ਵੇਖਿਓ ਵੀ 100 ਵਰਾ ਘੋੜੇ ਦੀ ਕਾਠੀ 'ਤੇ ਨੰਗੇ ਧੜ ਖਾਲਸੇ ਨੇ ਜੰਗ ਲੜਿਆ, ਤਾਂ ਅੱਜ ਤੁਸੀਂ ਏਸੀ ਵਾਲੇ ਕਮਰਿਆਂ 'ਚ ਬੈਠੇ ਹੋ। ਜੇ ਇਹ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਜਰਨੈਲ ਨਾ ਆਪਣੀਆਂ ਛਾਤੀਆਂ 'ਤੇ ਤੇਗਾਂ ਝੱਲਦੇ, ਤੁਹਾਨੂੰ ਖਾਲਸਾ ਜੀ ਕਿਸੇ ਨੇ ਗੁਰਦੁਆਰਿਆਂ 'ਚ ਬੈਠਣ ਨਹੀਂ ਦੇਣਾ ਸੀ। ਐਸੀ ਜੋ ਮਰਿਆਦਾ ਹੈ, ਜੋ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਅੱਜ ਵੀ ਨਿਭਾ ਰਿਹਾ ਹੈ, ਉਹ ਕਲਗੀਧਰ ਪਾਤਸ਼ਾਹ ਮਹਾਰਾਜ ਦੀ ਕਿਰਪਾ ਹੈ। ਉਸੇ ਤਰ੍ਹਾਂ ਰਾਜ ਸਾਜ ਹੈ, ਉਸੇ ਤਰ੍ਹਾਂ ਘੋੜਿਆਂ ਦੀ ਮਰਿਆਦਾ, ਸਰਬਲੋਹ ਦੀ ਮਰਿਆਦਾ, ਵਿਵੇਕ ਦੇ ਲੰਗਰ ਦੀ ਮਰਿਆਦਾ, ਨਿਤਨੇਮ ਦੀ ਮਰਿਆਦਾ। ਕਹਿੰਦੇ ਚੰਡੀ ਦੀ ਵਾਰ ਨਾ ਪੜਿਓ, ਬਹੁਤ ਗੁੱਸਾ ਆਉਂਦਾ।
ਉਹ ਖਾਲਸਾ ਦੀ ਚੰਡੀ ਦੀ ਵਾਰ ਦਿੱਤੀ ਹੈ ਖਾਲਸੇ ਨੂੰ ਵੀਰ ਰਸ ਵਾਸਤੇ ਵੀ ਤੁਸੀਂ ਪੜ੍ਹੋ। ਜੇ ਇੱਕ ਔਰਤ ਦੇ ਵਿੱਚ ਪਰਮੇਸ਼ਰ ਆਪਣੀ ਸ਼ਕਤੀ ਰੱਖ ਕੇ ਲੱਖਾਂ ਦੈਂਤਾਂ ਦਾ ਨਾਸ਼ ਕਰਾ ਦਿੰਦਾ ਹੈ, ਖਾਲਸਾ ਜੀ ਤੁਸੀਂ ਉਹਦੇ ਬਲ ਨੂੰ ਧਾਰਨ ਕਰੋ। ਤੁਸੀਂ ਉਹਦੇ ਬਲ ਨੂੰ ਧਾਰਨ ਕਰਕੇ ਪਾਪ ਦਾ, ਜ਼ੁਲਮ ਦਾ ਨਾਸ਼ ਕਰ ਦੇਵੋ। ਕਿਉਂਕਿ ਖਾਲਸਾ ਜੀ ਇਹ ਜੋ ਪੰਥ ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਪ੍ਰਗਟ ਕੀਤਾ, ਇਹਦਾ ਕਿਸੇ ਨਾਲ ਵੈਰ ਨਹੀਂ, ਕਿਸੇ ਜਾਤੀ ਨਾਲ ਵੈਰ ਨਹੀਂ, ਕਿਸੇ ਧਰਮ ਨਾਲ ਵੈਰ ਨਹੀਂ, ਕਿਸੇ ਮਨੁੱਖ ਨਾਲ ਵੈਰ ਨਹੀਂ, ਕਿਸੇ ਜੀਵ ਨਾਲ ਵੈਰ ਨਹੀਂ। ਸਗੋਂ ਇਹ ਤਾਂ ਸਾਰੇ ਸੰਸਾਰ ਨੂੰ ਆਪਣਾ ਹੀ ਪਰਿਵਾਰ ਮੰਨਦਾ ਹੈ। ਸੁਖੀ ਵਸੈ ਮੋਰ ਪਰਿਵਾਰਾ, ਸੇਵਕ ਸਿੱਖ ਸਭੈ ਕਰਤਾਰਾ। ਇਹ ਤਾਂ ਸਾਡਾ ਪਰਿਵਾਰ ਹੈ ਸਾਰਾ। ਫਿਰ ਖਾਲਸੇ ਦਾ ਵੈਰ ਕਿਹਦੇ ਨਾਲ ਹੈ? ਖਾਲਸੇ ਦਾ ਵੈਰ ਹੈ ਜ਼ੁਲਮ ਨਾਲ, ਜ਼ਾਲਮ ਨਾਲ ਤੇ ਪਖੰਡ ਨਾਲ ਖਾਲਸਾ ਜੀ। ਇਸ ਕਰਕੇ ਮਹਾਰਾਜ ਕਹਿ ਰਹੇ ਹਨ, ਕਹਿੰਦੇ ਜਿਹੜੀ ਉਹਦੀ ਗੱਤ ਤੇ ਮਿੱਤ ਹੈ, ਜੋ ਚੌਜੀ ਪ੍ਰੀਤਮ ਪਾਤਸ਼ਾਹ ਵਾਹਿਗੁਰੂ ਜੀ ਦੀ ਮਰਿਆਦਾ ਹੈ, ਜੋ ਉਸ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਜੀ ਦੀ ਮਰਿਆਦਾ ਹੈ, ਉਸ ਨੂੰ ਕੋਈ ਕੱਟ ਨਹੀਂ ਸਕੇਗਾ। ਖੰਡਨ ਅਖੰਡ, ਉਸ ਨੂੰ ਕੋਈ ਕੱਟ ਨਹੀਂ ਸਕੇਗਾ। ਉਹ ਮਰਿਆਦਾ ਜਿਉਂ ਦੀ ਤਿਉਂ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਜਰਨੈਲ ਅੱਜ ਵੀ ਉਸੇ ਤਰ੍ਹਾਂ ਨਿਭਾ ਰਹੇ ਹਨ। ਆਲਿਸਿਆ ਕਰਮ ਆਦ੍ਰਿਸਿਆ ਧਰਮ, ਉਸ ਦੇ ਕਰਮ ਲਿਸੇ ਨਹੀਂ, ਮਜ਼ਬੂਤ ਹਨ। ਉਸ ਦਾ ਧਰਮ ਦ੍ਰਿਸ਼ਟਮਾਨ ਨਹੀਂ। ਭਾਵ ਜੇ ਕੋਈ ਕਹਿ ਦੇਵੇ ਵੀ ਸਨਾਤਨ ਧਰਮ ਦੇ ਵਿੱਚ ਹੀ ਰੱਬ ਵਸਦਾ, ਛਤਰੀ ਧਰਮ ਦੇ ਵਿੱਚ ਰੱਬ ਨਹੀਂ ਵਸਦਾ, ਇਹ ਵੀ ਨਹੀਂ ਹੈ। ਤੇ ਸਾਰੇ ਧਰਮਾਂ ਨੂੰ ਚਲਾ ਵੀ ਉਹ ਆਪ ਹੀ ਰਿਹਾ। ਇਹ ਬੜੀ ਅਚਰਜ ਵਿਸਮਾਦ ਖੇਡ ਹੈ। ਆਦ੍ਰਿਸਿਆ ਧਰਮ, ਦ੍ਰਿਸ਼ਟਮਾਨ ਨਹੀਂ ਹੁੰਦਾ। ਉਹ ਪਰਮੇਸ਼ਰ ਦੇਖਣ ਵਿੱਚ ਨਹੀਂ ਆਉਂਦਾ, ਪਰ ਉਸ ਨੂੰ ਮਹਿਸੂਸ ਕੀਤਾ ਜਾ ਸਕਦਾ ਹੈ। ਖਾਲਸਾ ਜੀ ਦੋ ਕਾਲਨ ਪਰਨਾਸੇ ਦਿਆਲਨ ਸਰੂਪੇ, ਸਦਾ ਅੰਗ ਸੰਗੇ ਅਪੰਗੰ ਵਿਭੂਤੇ। ਉਹ ਜੋ ਵਾਹਿਗੁਰੂ ਹੈ ਉਹ ਸਦਾ ਅੰਗ ਸੰਗ ਹੈ। ऐसा जो धर्म है, ऐसा जो कर्म है, जो मजबूत कर्म ਹਨ, ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪ ਹੀ ਕਰਦੇ ਹਨ। ਸਰਬਾ ਪ੍ਰਨਾਡਿਆ ਅਨੰਡ ਬਾਡਿਆ, ਕੀ ਹੈ? ਉਹ ਸਰਬ ਤਰ੍ਹਾਂ ਤੇ ਹਰ ਪਹਿਲੂ ਤੋਂ ਪੂਰਨ ਸਜ ਧਜ ਦਾ ਮਾਲਕ ਹੈ। ਸਰਬਾ ਪ੍ਰਨਾਡਿਆ ਖਾਲਸਾ ਜੀ ਜਾਪ ਸਾਹਿਬ ਦੇ ਵਿੱਚ ਅਰਬੀ, ਫਾਰਸੀ, ਉਰਦੂ, ਪੰਜਾਬੀ ਇਤਿਆਦਿਕ ਬੋਲੀਆਂ ਸਾਰੀਆਂ ਦੇ ਭਾਸ਼ਾਵਾਂ ਦੇ ਜਿਹੜੇ ਸ਼ਬਦ ਹਨ ਉਹ ਵਰਤੇ ਗਏ ਹਨ। ਕਿਉਂਕਿ ਮਹਾਰਾਜ ਜੀ ਦਾ ਜੋ ਗਿਆਨ ਹੈ ਉਹ ਕਿਸੇ ਸੀਮਤਾਈ ਵਿੱਚ, ਕਿਸੇ ਸੀਮਾ ਦਾ ਪਾਬੰਦ ਨਹੀਂ। ਸਤਿਗੁਰੂ ਮਹਾਰਾਜ ਬੇਅੰਤ ਹਨ, ਸੋ ਉਹਨਾਂ ਦਾ ਗਿਆਨ ਵੀ ਬੇਅੰਤ ਹੈ। ਅਤੇ ਕਹਿੰਦੇ ਉਸ 'ਤੇ ਕੋਈ ਡੰਡ ਆਦਿਕ ਨਹੀਂ ਹੁੰਦਾ, ਕੋਈ ਡੰਡ ਲਾਇਆ ਨਹੀਂ ਜਾ ਸਕਦਾ। ਅਣਡੰਡ ਵਾਢੇ ਹੈ, ਉਸ 'ਤੇ ਕੋਈ ਡੰਡ ਨਹੀਂ ਲੱਗਦਾ। ਸਾਡੇ ਤੇ 36 ਪ੍ਰਕਾਰ ਦੇ ਟੈਕਸ ਲੱਗੇ ਹੋਏ ਹੈ, ਪਰ ਜੋ ਪਰਮੇਸ਼ਰ ਹੈ ਉਸ ਤੇ ਕਿਸੇ ਤਰ੍ਹਾਂ ਦਾ ਕੋਈ ਡੰਡ ਟੈਕਸ ਨਹੀਂ ਲੱਗਦਾ। ਚਾਚਰੀ ਛੰਦ ਤੇ ਪ੍ਰਸਾਦ, ਸਮੇਂ ਦਾ ਵੀ ਧਿਆਨ ਰੱਖਣਾ ਪੈਂਦਾ ਖਾਲਸਾ ਜੀ। ਮਹਾਰਾਜ ਸਤਿਗੁਰੂ ਜੀ ਕਹਿੰਦੇ ਚਾਚਰੀ ਛੰਦ, ਪਿੱਛੇ ਤੇਰੀ ਕਿਰਪਾ ਦੇ ਨਾਲ ਸਤਿਗੁਰੂ ਜੀ ਕਹਿੰਦੇ ਤੈ ਪ੍ਰਸਾਦ, ਤੇਰੀ ਕਿਰਪਾ